पंजाब से तेजी नाल पैर पसार रहा कोरोना। 24 घंटिਆਂ 'ਚ 9 मौतां, 4000 ਦੇ करीब केस आए सामने। इकल्ले पटियाला ते मोहाली ਦੇ ਵਿੱਚ 700 ਤੋਂ ਪਾਰ ਹੋਏ केस। कोरोना ਤੇ ਪ੍ਰਧਾਨ ਮੰਤਰੀ ਨੇ ਕੀਤੀ 3 ਘੰਟੇ ਦੀ ਮੈਰਾਥਨ बैठक। ਅਫਸਰਾਂ ਨੂੰ ਕਿਹਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਹੋਵੇ ਵੈਕਸੀਨੇਸ਼ਨ। ਮੁੱਖ ਮੰਤਰੀਆਂ ਦੇ ਨਾਲ ਜਲਦ ਕਰਨਗੇ ਪ੍ਰਧਾਨ ਮੰਤਰੀ ਮੀਟਿੰਗ। ਪ੍ਰਧਾਨ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ ਐਲਾਨਿਆ ਵੀਰ ਬਾਲ ਦਿਵਸ, ਪਰ ਐਸਜੀਪੀਸੀ ਨੇ ਨਾਮ ਦੇ ਉੱਤੇ ਜਤਾਇਆ ਇਤਰਾਜ਼। ਕਿਹਾ ਪੰਥਕ ਸ਼ਬਦਾਵਲੀ ਦੇ ਨਾਲ ਕੀਤੀ ਜਾ ਰਹੀ ਛੇੜਛਾੜ, ਸ਼ਹਾਦਤਾਂ ਦੇ ਮੇਚ ਨਹੀਂ ਵੀਰ ਬਾਲ ਦਿਵਸ ਨਾਮ। ਚੋਣਾਂ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਏ ਡੇਰਿਆਂ ਦੇ ਸਿਆਸੀ ਗੇੜੇ। ਸਲਾਬਤਪੁਰਾ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ। ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ। ਸੋਮਵਾਰ ਨੂੰ ਮੋਗਾ ਪਹੁੰਚ ਰਹੇ ਨੇ ਮੁੱਖ ਮੰਤਰੀ ਚੰਨੀ, ਪਰ ਜੁਆਇਨਿੰਗ ਤੋਂ ਪਹਿਲਾਂ ਹੀ ਵਿਧਾਇਕ ਹਰਜੋਤ ਕਮਲ ਨੇ ਵੀ ਦਿਖਾਏ ਬਾਗੀ ਦੇਵਰ। ਕਿਸਾਨਾਂ ਦੇ ਦੋਵੇਂ ਸਿਆਸੀ ਧੜੇ ਹੋ ਸਕਦੇ ਨੇ ਇਕੱਠੇ। ਸੰਯੁਕਤ ਸਮਾਜ ਮੋਰਚੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਚੜੂਨੀ। ਸ਼ੁਰੂ ਹੋਈ ਗੱਲਬਾਤ, ਪਰ ਅਜੇ ਕੁਝ ਵੀ ਤੈਅ ਨਹੀਂ। ਰਾਜੇਵਾਲ ਵੀ ਬੋਲੇ, ਮਿਲ ਕੇ ਲੜਾਂਗੇ ਚੋਣਾਂ, ਸਮਝੌਤੇ ਲਈ ਬਣਾਈ ਹੈ ਕਮੇਟੀ। ਆਮ ਆਦਮੀ ਪਾਰਟੀ ਨੇ 5 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ। ਜਲੰਧਰ ਨਾਰਥ ਤੋਂ ਦਿਨੇਸ਼ ਢੱਲ ਅਤੇ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਦਿੱਤੀ ਟਿਕਟ। ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਆਮ ਆਦਮੀ ਪਾਰਟੀ। ਬਰਫ਼ ਦੀ ਸਫੇਦ ਚਾਦਰ ਦੇ ਨਾਲ ਲਿਪਟਿਆ ਹਿਮਾਚਲ। ਉੱਪਰੀ ਇਲਾਕਿਆਂ ਦੇ ਵਿੱਚ ਆਵਾਜਾਈ ਤੇ ਅਸਰ। ਕਈ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਸਪਲਾਈ ਠੱਪ, ਪੀਣ ਵਾਲੇ ਪਾਣੀ ਦੀ ਵੀ ਕਿੱਲਤ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕੋਰੋਨਾ ਦੇ ਵਾਧੇ ਕੇਸਿਸ ਦੀ। ਪਾਬੰਦੀਆਂ ਪਹਿਲਾਂ ਹੀ ਲਗਾਈਆਂ ਗਈਆਂ ਨੇ। ਪਾਬੰਦੀਆਂ ਜਿਸ ਤਰੀਕੇ ਨਾਲ ਲਗਾਈਆਂ ਗਈਆਂ ਤੇ ਇਸ ਵਿਚਾਲੇ ਕੋਰੋਨਾ ਦੇ ਕੇਸਿਸ ਵੀ ਜ਼ਬਰਦਸਤ ਰਫ਼ਤਾਰ ਦੇ ਨਾਲ ਵੱਧ ਰਹੇ ਨੇ। ਪੈਰ ਪਸਾਰ ਰਿਹਾ ਹੈ ਕੋਰੋਨਾ ਇੱਕ ਵਾਰ ਫਿਰ ਤੋਂ। 24 ਘੰਟਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ 9 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ। 24 ਘੰਟਿਆਂ ਦੇ ਵਿੱਚ 3922 ਕੋਰੋਨਾ ਦੇ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। 24 ਘੰਟਿਆਂ ਦੇ ਵਿੱਚ ਕਰੀਬ 4000 ਨਵੇਂ ਕੇਸ। ਤੇ ਪਟਿਆਲਾ ਤੇ ਮੋਹਾਲੀ ਇੱਕ ਵਾਰ ਫਿਰ ਤੋਂ ਇੱਥੇ ਜ਼ਿਆਦਾ ਅਸਰ ਨਜ਼ਰ ਆ ਰਿਹਾ ਹੈ। 750 ਤੋਂ ਪਾਰ ਅੰਕੜਾ ਪਹੁੰਚ ਗਿਆ। ਇੱਕ ਦਿਨ ਦੇ ਵਿੱਚ ਜਿਹੜੇ ਕੇਸਿਸ ਸਾਹਮਣੇ ਆ ਰਹੇ ਨੇ ਉਹਨਾਂ ਦਾ ਪਟਿਆਲਾ ਦੇ ਵਿੱਚ 768 ਕੇਸ ਰਿਪੋਰਟ ਕੀਤੇ ਗਏ ਨੇ, ਜਦਕਿ ਮੋਹਾਲੀ ਦੇ ਵਿੱਚ 750 ਕੇਸ ਰਿਪੋਰਟ ਕੀਤੇ ਗਏ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸੂਬੇ ਦੇ ਵਿੱਚ ਐਕਟਿਵ ਕੇਸ 16000 ਤੋਂ ਜ਼ਿਆਦਾ ਨੇ। 16343 ਕੇਸਿਸ ਇਸ ਸਮੇਂ ਪੰਜਾਬ ਦੇ ਵਿੱਚ ਹੈਗੇ ਨੇ ਜਿਹੜੇ ਐਕਟਿਵ ਕੇਸ ਨੇ। ਉੱਥੇ ਪੋਜ਼ਿਟਿਵਿਟੀ ਰੇਟ ਵੀ ਜ਼ਰੂਰ ਚਿੰਤਾ ਨੂੰ ਵਧਾਉਣ ਵਾਲੀ ਹੈ। ਪੋਜ਼ਿਟਿਵਿਟੀ ਰੇਟ ਇਸ ਸਮੇਂ 14% ਦੇ ਕਰੀਬ ਪਹੁੰਚ ਚੁੱਕੀ ਹੈ। ਪੋਜ਼ਿਟਿਵਿਟੀ ਰੇਟ ਦਾ ਮਤਲਬ ਹੁੰਦਾ ਹੈ ਕਿ ਜੇ 100 ਲੋਕਾਂ ਦੇ ਵੱਲੋਂ ਟੈਸਟ ਕਰਵਾਇਆ ਗਿਆ ਤਾਂ ਉਹਦੇ ਵਿੱਚੋਂ 14 ਲੋਕ ਪੋਜ਼ਿਟਿਵ ਨਿਕਲ ਰਹੇ ਨੇ। ਤਾਂ ਇੱਕ ਤਰੀਕੇ ਨਾਲ ਰੇਸ਼ੋ ਕੱਢੀ ਜਾਂਦੀ ਹੈ, ਐਵਰੇਜ ਤੁਸੀਂ ਕਹਿ ਸਕਦੇ ਹੋ। ਪੋਜ਼ਿਟਿਵਿਟੀ ਰੇਟ ਇਸ ਨੂੰ ਕਿਹਾ ਜਾਂਦਾ ਹੈ। 14% ਦੇ ਕਰੀਬ ਹੈ। ਜੇ ਪੰਜਾਬ ਦੇ ਵਿੱਚ 10000 ਕੇਸਿਸ ਹੋਏ ਤਾਂ 14% ਉਸ ਦੇ ਵਿੱਚੋਂ ਪੋਜ਼ਿਟਿਵ ਨਿਕਲ ਰਹੇ ਨੇ। ਤਾਂ ਇਸ ਤਰੀਕੇ ਨਾਲ ਇਹ ਪੂਰਾ ਜਿਹੜਾ ਪੋਜ਼ਿਟਿਵਿਟੀ ਰੇਟ ਨੂੰ ਕੱਢਿਆ ਜਾਂਦਾ ਹੈ। ਤੇ 24 ਘੰਟਿਆਂ ਦੇ ਵਿੱਚ 3922 ਕੇਸ ਰਿਪੋਰਟ ਕੀਤੇ ਗਏ। ਉਧਰ ਕੇਂਦਰ ਦੀ ਸਰਕਾਰ ਵੀ ਇਸ ਪੂਰੇ ਮੁੱਦੇ ਦੇ ਉੱਤੇ ਕੋਰੋਨਾ ਦੇ ਇਸ ਵਾਧੇ ਪ੍ਰਕੋਪ ਦੇ ਵਿਚਾਲੇ ਅਲਰਟ ਦੇ ਉੱਤੇ ਹੈ। ਪ੍ਰਧਾਨ ਮੰਤਰੀ ਨੇ 3 ਘੰਟੇ ਤੱਕ ਹਾਈ ਲੈਵਲ ਮੀਟਿੰਗ ਕੀਤੀ ਤੇ ਪ੍ਰਧਾਨ ਮੰਤਰੀ ਨੇ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਲੋਕਾਂ ਨੇ ਹੁਣ ਤੱਕ ਕੋਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਉਹਨਾਂ ਨੂੰ ਵੈਕਸੀਨ ਦਿੱਤੀ ਜਾਵੇ। ਤੇ ਦੂਜੇ ਪਾਸੇ 15 ਤੋਂ 17 ਸਾਲ ਦੇ ਬੱਚਿਆਂ ਦੇ ਵੈਕਸੀਨੇਸ਼ਨ ਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪਹਿਲਾਂ ਤੋਂ ਹੀ 3 ਤਰੀਕ ਤੋਂ ਦੇਸ਼ ਦੇ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਲਈ ਕੋਰੋਨਾ ਦੇ ਜਿਹੜੇ ਟੀਕੇ ਨੇ ਉਹ ਲੱਗਣੇ ਸ਼ੁਰੂ ਹੋ ਚੁੱਕੇ ਨੇ। ਤੇ ਪ੍ਰਧਾਨ ਮੰਤਰੀ ਵੀ ਇਸ ਦੇ ਉੱਤੇ ਜ਼ੋਰ ਦਿੰਦੇ ਨਜ਼ਰ ਆਏ ਕਿ 15 ਤੋਂ 17 ਸਾਲ 15 ਤੋਂ 18 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਕੋਰੋਨਾ ਰੋਕੂ ਟੀਕਾ ਜਲਦ ਤੋਂ ਜਲਦ ਲਗਾਇਆ ਜਾਵੇ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਹੀ ਪ੍ਰਧਾਨ ਮੰਤਰੀ ਦੇਸ਼ ਭਰ ਦੇ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀਆਂ ਦੇ ਨਾਲ ਵੀ ਮੀਟਿੰਗ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮਨਸੁਖ ਮਾਂਡਵੀਆ, ICMR ਦੇ DG ਸਣੇ तमाम ਅਧਿਕਾਰੀ ਮੌਜੂਦ ਨੇ। ਤਾਂ ਕੋਰੋਨਾ ਜਿਸ ਤਰੀਕੇ ਨਾਲ ਇਸ ਸਮੇਂ ਪੈਰ ਪਸਾਰ ਰਿਹਾ, ਦੇਸ਼ ਦੇ ਵਿੱਚ 1 ਲੱਖ ਤੋਂ ਜ਼ਿਆਦਾ ਕੇਸ ਰਿਪੋਰਟ ਕੀਤੇ ਜਾ ਰਹੇ ਨੇ। 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਕੇਸਿਸ ਦੀ ਗਿਣਤੀ 4000 ਤੋਂ ਪਾਰ 4000 ਦੇ ਨੇੜੇ ਪਹੁੰਚ ਚੁੱਕੀ ਹੈ।
3900 ਤੋਂ ਪਾਰ ਪਹੁੰਚ ਚੁੱਕੀ ਹੈ ਔਰ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। 9 ਲੋਕਾਂ ਨੇ ਦਮ ਤੋੜ ਦਿੱਤਾ ਕਰੋਨਾ ਦੀ ਵਜ੍ਹਾ ਦੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ। ਔਰ ਇਹ ਸਾਨੂੰ ਇੱਕ ਵਾਰ ਫਿਰ ਤੋਂ ਅਲਰਟ ਕਰ ਰਹੇ ਨੇ ਅੰਕੜੇ ਕਿ ਅਸੀਂ ਜ਼ਰੂਰ ਧਿਆਨ ਰੱਖੀਏ ਔਰ ਖਾਸ ਤੌਰ ਤੇ ਜਦੋਂ ਅਸੀਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਜਾਂਦੇ ਹਾਂ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਵੀਰ ਬਾਲ ਦਿਵਸ ਖੂਬ ਚਰਚਾ ਦੇ ਵਿੱਚ ਹੈ। 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਹੈ। ਦਰਅਸਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੇਂਦਰ ਦੀ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਤੌਰ ਦੇ ਉੱਤੇ ਮਨਾਉਣ ਦਾ ਐਲਾਨ ਕੀਤਾ ਗਿਆ, ਪਰ ਐਸਜੀਪੀਸੀ ਇਤਰਾਜ਼ ਜਤਾ ਰਹੀ ਹੈ ਕਿ ਪੰਥਕ ਸ਼ਬਦਾਵਲੀ ਦੇ ਨਾਲ ਛੇੜਛਾੜ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਵੇਗਾ, ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮਾਤਾ ਗੁਜਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 4 ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਆਦਰਸ਼ ਲੱਖਾਂ ਲੋਕਾਂ ਨੂੰ ਬਲ ਬਖਸ਼ਦੇ ਨੇ। ਉਹ ਕਦੇ ਵੀ ਬੇਇਨਸਾਫੀ ਅੱਗੇ ਨਹੀਂ ਝੁਕੇ। ਉਹਨਾਂ ਨੇ ਇੱਕ ਅਜਿਹੀ ਦੁਨੀਆ ਦੀ ਕਲਪਨਾ ਕੀਤੀ ਜੋ ਇਕਜੁੱਟ ਹੈ। ਇਹਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਨਾ ਚਾਹੀਦਾ ਹੈ। ਵੀਰ ਬਾਲ ਦਿਵਸ ਉਸੇ ਦਿਨ ਮਨਾਇਆ ਜਾਵੇਗਾ ਜਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਸੀ। ਦੋਵੇਂ ਧਰਮ ਦੇ ਮਾਰਗ ਤੋਂ ਨਹੀਂ ਡੋਲੇ ਤੇ ਸ਼ਹਾਦਤ ਦੇ ਰਾਹ ਨੂੰ ਚੁਣਿਆ। ਉੱਥੇ ਪ੍ਰਧਾਨ ਮੰਤਰੀ ਦੇ ਐਲਾਨ ਦਾ ਭਾਜਪਾ ਆਗੂਆਂ ਨੇ ਸਵਾਗਤ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। ਦੋਨੋਂ ਸਾਹਿਬਜ਼ਾਦੇ ਉਹਨਾਂ ਦੀ ਸ਼ਹੀਦੀ ਦਿਨ ਵਾਲੇ ਦਿਨ वीर बाल दिवस मनाया जाएगा। जी बिल्कुल, मैं धन्यवाद करता हूं देश के प्रधानमंत्री श्री नरेंद्र मोदी जी का, जिन्होंने आज ये संकल्प लिया कि देश के अंदर वीर बाल दिवस मनाया जाएगा 26 दिसंबर को। उधर श्रोमणी गुरुद्वारा प्रबंधक कमेटी ते श्रोमणी अकाली दल ने प्रधानमंत्री के फैसले का स्वागत तो किया, पर इस दिन के नाम से इतराज जताया। क्या है कि सलाह करके इसका नाम बदलिया जाना चाहिए। सत्ता 'ਚ बैठे मोदी ਦੀ ਜਿਹੜਾ ਸਰਕਾਰ ਵੱਲੋਂ ਅੱਜ ਇੱਕ ਐਲਾਨ ਕੀਤਾ ਗਿਆ ਕਿ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਪਰ ਅਸੀਂ ਇਹ ਗੱਲ ਸਮਝਦੇ ਹਾਂ ਕਿ ਜੋ ਉਹਨਾਂ ਦੀ ਸ਼ਹਾਦਤ ਆ ਉਸ ਸ਼ਹਾਦਤ ਦੇ ਮੁਤਾਬਕ ਉਸ ਦਾ ਨਾਮਕਰਨ ਵੀ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ, ਕਿਉਂਕਿ ਅਸੀਂ ਇਹ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਸ਼ਹੀਦੀ ਜੋੜ ਮੇਲਾ ਆ ਸਾਡਾ, ਤੇ ਬਾਲ ਦਿਵਸ ਕਹਿਣਾ ਤਾਂ ਬਿਲਕੁਲ ਹੀ ਮੈਂ ਸਮਝਦਾ ਇੱਕ ਅਨਿਆਂ ਹੋਊਗਾ। ਸੋ ਸਿੰਘ ਸਾਹਿਬਾਂ ਨਾਲ ਬੈਠ ਕੇ ਸਾਰੇ ਵਿਚਾਰ ਕਰਕੇ ਉਹਨਾਂ ਨੂੰ ਇਹਦਾ ਬਾਲ ਦਿਵਸ ਨਾਂ ਨਹੀਂ ਰੱਖਣਾ ਚਾਹੀਦਾ। ਜੋ ਸਿੱਖ ਪੰਥ 'ਤੇ ਬੈਠ ਕੇ ਫੈਸਲਾ ਕਰੂਗਾ ਉਹ ਜਿਹੜਾ ਹੈ ਉਹਦੇ ਉੱਤੇ ਇਹਨਾਂ ਨੂੰ ਪੂਰੇ ਉਤਰਨਾ ਚਾਹੀਦਾ। ਉਧਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ ਕਾਂਗਰਸ ਨੇ ਨਾਮ ਤੇ ਇਤਰਾਜ਼ ਜਤਾਇਆ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹੀ ਮੰਗ ਕਰ ਰਹੇ ਹਾਂ ਤੇ ਹੁਣ ਇਹ ਫੈਸਲਾ ਲਿਆ ਗਿਆ। ਦੇਖੋ ਮੈਂ ਪਾਰਲੀਮੈਂਟ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਈ ਸੀ, ਠੀਕ ਹੈ ਨਾ, ਬਕਾਇਦਾ ਤੌਰ ਤੇ ਮੌਨ ਰੱਖ ਕੇ ਤੇ ਉਹਨਾਂ ਦੀ ਬਾਰੇ ਕੀਤਾ। ਤੋ ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਯਾਦ ਰੱਖਣਾ ਤਾਂ ਹਰ ਇੱਕ ਦਾ ਫਰਜ਼ ਬਣਦਾ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੱਕ ਸ਼ਲਾਘਾਯੋਗ ਫੈਸਲਾ ਲਿਆ ਹੈ ਵੀਰ ਬਾਲ ਦਿਵਸ ਮਨਾਉਣ ਦਾ 26 ਦਸੰਬਰ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤਾਂ ਦੇ ਸਨਮੁਖ ਧੰਨਵਾਦ ਕਰਦੇ ਹਾਂ। ਪੰਜਾਬ ਅੰਦਰ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਮਨਾਇਆ ਜਾਣਾ ਚਾਹੀਦਾ ਹੈ। ਹੁਣ ਇਹ ਐਲਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨੇ ਕੀਤਾ, ਜਿਸ ਦੀ ਸ਼ਲਾਘਾ ਵੀ ਹੋ ਰਹੀ ਹੈ। ਨਾਲ ਹੀ ਕਈ ਸਿਆਸੀ ਪਾਰਟੀਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਾਮ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਨਾਲ ਹੀ ਇਸ ਫੈਸਲੇ ਨੂੰ ਚੋਣਾਂ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਸਿਆਸਤ ਦੀ ਹੋਵੇਗੀ। ਇਲੈਕਸ਼ਨ ਦੇ ਐਲਾਨ ਤੋਂ ਬਾਅਦ ਹੀ ਸਿਆਸੀ ਮਾਹੌਲ ਸੂਬੇ ਦੇ ਵਿੱਚ ਭਖਦਾ ਨਜ਼ਰ ਆਉਂਦਾ ਹੈ। ਵੱਖ-ਵੱਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਗੇੜੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਨੇ। ਡੇਰਾ ਸਲਾਬਤਪੁਰਾ ਦੇ ਵਿੱਚ ਕਈ ਸਿਆਸੀ ਆਗੂ ਪਹੁੰਚੇ ਅਤੇ ਡੇਰੇ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। 2022 ਦਾ ਚੋਣ ਅਖਾੜਾ ਪੱਖਿਆ। 14 ਫਰਵਰੀ ਨੂੰ ਵੋਟਾਂ ਨੇ ਤੇ 10 ਮਾਰਚ ਨੂੰ ਨਤੀਜੇ। ਪਰ ਇਸੇ ਵਿਚਾਲੇ ਸਿਆਸਤਦਾਨਾਂ ਦੇ ਡੇਰਿਆਂ ਦੇ ਵਿੱਚ ਡੇਰੇ ਜਾਰੀ ਨੇ। ਸਮਾਗਮ ਹੈ ਡੇਰਾ ਸਿਰਸਾ ਨਾਲ ਸੰਬੰਧਿਤ ਪੰਜਾਬ ਦੇ ਸਭ ਤੋਂ ਵੱਡੇ ਡੇਰਾ ਸਲਾਬਤਪੁਰਾ ਦੇ ਵਿੱਚ ਸ਼ਾਹ ਸਤਨਾਮ ਦਾ ਜਨਮ ਦਿਨ, ਜਿੱਥੇ ਭਾਜਪਾ ਦੇ ਹਰਜੀਤ ਗਰੇਵਾਲ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰਮਿੰਦਰ ਜੱਸੀ, ਆਪ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ,
ਪਹੁੰਚੇ ਹੋਏ ਨੇ। ਪਰ ਜਦੋਂ ਮੀਡੀਆ ਨੇ ਸਵਾਲ ਪੁੱਛਿਆ ਤਾਂ ਕੀ ਜਵਾਬ ਦਿੱਤਾ, ਸੁਣਦੇ ਹਾਂ। ਮੈਂ ਵੋਟਾਂ ਦੇ ਲਈ ਨਹੀਂ ਕਿਤੇ ਵੀ ਜਾਂਦਾ। ਮੇਰੇ ਤਾਂ ਵੈਸੇ ਹੀ ਭਾਈ ਬੰਦ ਨੇ ਸਾਰੇ, ਮੇਰੇ ਦਾਰਾ ਖਾਨੋਂ ਜਿਹੜੇ ਸਾਰੇ ਰਹਿੰਦੇ ਆ, ਤੇ ਮੇਰੇ ਨਾਲ ਤਾਂ ਪ੍ਰੇਮ ਆ ਇਹਨਾਂ ਦਾ ਵੈਸੇ ਹੀ। ਜਨਮ ਦਿਨ ਹਰ ਸਾਲ ਆਉਂਦਾ, ਸਾਲ ਦੇ ਵਿੱਚ ਜਨਮ ਦਿਨ ਮਨਾਉਂਦੇ ਹਾਂ ਅਸੀਂ ਤਾਂ, ਔਰ ਹਰ ਸਾਲ ਕੋਈ ਇਲੈਕਸ਼ਨ ਨਹੀਂ ਹੁੰਦਾ ਤਾਂ ਇਸ ਚੀਜ਼ ਨੂੰ ਅੱਜ ਇਲੈਕਸ਼ਨ ਹੈ ਤਾਂ ਤੁਸੀਂ ਇਲੈਕਸ਼ਨ ਨਾਲ ਨਹੀਂ ਜੋੜਨਾ ਚਾਹੀਦਾ ਹੈ। ਸੋ ਆਗੂਆਂ ਦਾ ਕਹਿਣਾ ਹੈ ਕਿ ਜਨਮ ਦਿਨ ਤਾਂ ਹਰ ਸਾਲ ਹੁੰਦਾ ਹੈ ਤੇ ਆਉਂਦੇ ਨੇ, ਪਰ ਹਰ ਸਾਲ ਤਾਂ ਇਲੈਕਸ਼ਨ ਨਹੀਂ ਹੁੰਦੀ। ਸੁਰਜੀਤ ਜਾਨੀ ਨੇ ਤਾਂ ਇਹ ਵੀ ਦੱਸਿਆ ਕਿ ਜਦੋਂ ਦਾ ਉਹਨਾਂ ਨੇ ਹੋਸ਼ ਸੰਭਿਆ ਉਦੋਂ ਤੋਂ ਡੇਰਾ ਸਿਰਸਾ ਆਉਂਦੇ ਨੇ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੇ ਵਿੱਚ ਡਿਜੀਟਲ ਸਕਰੀਨ ਤੇ ਗੁਰਮੀਤ ਰਾਮ ਰਹੀਮ ਦੇ ਪ੍ਰਵਚਨ ਚੱਲ ਰਹੇ ਨੇ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚੇ ਨੇ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਕੱਠ ਇੰਨਾ ਹੈ ਕਿ 10 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਹੈ। ਉਹ ਪਰਮਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਦਿਹਾੜੇ ਦੇ ਉੱਤੇ ਸਾਧ ਸੰਗਤ ਹਰ ਦੂਜੇ ਐਤਵਾਰ ਹੈ ਜਿਹੜਾ ਹਰ ਸਾਲ ਦੂਜਾ ਐਤਵਾਰ ਜਨਵਰੀ ਮਹੀਨੇ ਦਾ ਉਹਦੇ ਤੇ ਆ ਕੇ ਆਪਣੇ ਗੁਰੂ ਨੂੰ ਮੁਬਾਰਕਬਾਦ ਦਿੰਦੀ ਹੈ ਔਰ ਆਸ਼ੀਰਵਾਦ ਗ੍ਰਹਿਣ ਕਰਦੀ ਹੈ। ਦੱਸਣਾ ਬੰਦ ਹੈ ਕਿ ਡੇਰਾ ਮੁਖੀ ਰਾਮ ਰਹੀਮ ਸਾਧਵੀਆਂ ਦੇ ਨਾਲ ਜਬਰ ਜਨਾਹ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਡੇਰਾ ਸਲਾਬਤਪੁਰਾ ਤੋਂ ਉਮੇਸ਼, ਨਿਊਜ਼ 18 ਪੰਜਾਬ। ਉਧਰ ਇਸ ਵਾਰ ਚੋਣ ਪ੍ਰਚਾਰ ਦਾ ਤਰੀਕਾ ਬਦਲ ਚੁੱਕਿਆ ਹੈ, ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਚੋਣ ਰੈਲੀਆਂ ਨੂੰ ਲੈ ਕੇ, ਤੇ ਹੁਣ ਸਿਆਸੀ ਪਾਰਟੀਆਂ ਨੇ ਵੀ ਚੋਣ ਪ੍ਰਚਾਰ ਦੇ ਨਵੇਂ ਰੂਪ ਨੂੰ ਸਵੀਕਾਰ ਕੀਤਾ ਹੈ ਤੇ ਡਿਜੀਟਲ ਪ੍ਰਚਾਰ ਦਾ ਸਿਲਸਿਲਾ ਸ਼ੁਰੂ ਵੀ ਹੋ ਗਿਆ। ਬੇਸ਼ੱਕ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਪਰ ਇਸ ਵਾਰ ਕਰੋਨਾ ਦੇ ਪ੍ਰਕੋਪ ਨੇ ਚੋਣਾਂ ਦਾ ਰੂਪ ਬਦਲ ਦਿੱਤਾ ਹੈ। ਅਜਿਹਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਚੋਣ ਰੈਲੀਆਂ ਤੇ ਰੋਕ ਲਗਾ ਦਿੱਤੀ ਹੈ ਤੇ ਸਿਆਸੀ ਪਾਰਟੀਆਂ ਨੂੰ ਡਿਜੀਟਲ ਪ੍ਰਚਾਰ ਦੀ ਸਲਾਹ ਦਿੱਤੀ ਹੈ, ਜਿਸ ਦਾ ਹੁਣ ਅਸਰ ਵੀ ਨਜ਼ਰ ਆ ਰਿਹਾ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਦੇ ਨਾਲ ਡਿਜੀਟਲ ਸੰਵਾਦ ਕੀਤਾ ਤੇ ਡੋਰ ਟੂ ਡੋਰ ਪ੍ਰਚਾਰ ਦੇ ਲਈ ਕਈ टिप्स भी ਦਿੱਤੇ। देश में कोरोना बहुत तेज़ी से बढ़ रहा है, दिल्ली में भी बहुत तेज़ी से बढ़ रहा है, रफ्तार बहुत ज़्यादा तेज़ है। मैं देख रहा था कि कल वाला जो हेल्थ बुलेटिन था उसमें लगभग 20,000 के करीब केसेस आए थे। उधर डिजिटल प्रचार ਦੇ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਨਜ਼ਰ ਆ ਰਹੇ ਨੇ। ਹਾਲਾਂਕਿ ਉਹਨਾਂ ਇਹ ਵੀ ਉਮੀਦ ਜਤਾਈ ਹੈ ਕਿ 15 ਜਨਵਰੀ ਤੋਂ ਬਾਅਦ ਹਾਲਾਤ ਸੁਧਰਨਗੇ, ਜਦਕਿ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਹੈ ਕਿ ਆਪ ਡੋਰ ਟੂ ਡੋਰ ਤੇ ਸੋਸ਼ਲ ਮੀਡੀਆ ਪ੍ਰਚਾਰ ਦੇ ਵਿੱਚ ਮਾਹਿਰ ਹੈ। ਇਹ ਅਧਿਕਾਰ ਉਹਨਾਂ ਨੂੰ ਦੇਣੇ ਹੈ। ਵੀ ਵਿਲ ਕ੍ਰੀਏਟ ਅ ਨਿਊ ਡਿਜੀਟਲ ਪੰਜਾਬ ਵੇਅਰ ਮੋਰ ਦੈਨ 150 ਗਵਰਨਮੈਂਟ ਸਰਵਿਸਿਜ਼ ਸੱਚ ਐਜ਼ ਸਰਟੀਫਿਕੇਟਸ। ਪੂਰੀ ਤਨਦੇਹੀ ਨਾਲ ਅਸੀਂ ਲੜਨਾ ਹੈ ਤੇ ਜਿਸ ਤਰ੍ਹਾਂ ਦਾ ਅੰਡਰ ਕਰੰਟ, ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਿਆ, ਲੋਕ ਨਵੀਂ ਕਹਾਣੀ ਲਿਖਣ ਨੂੰ ਕਾਲੇ ਨੇ। ਉਧਰ ਚੋਣ ਪ੍ਰਚਾਰ ਦੇ ਬਦਲੇ ਰੂਪ ਦੇ ਵਿਚਾਲੇ ਅਕਾਲੀ ਦਲ ਵੀ ਸਰਗਰਮ ਨਜ਼ਰ ਆ ਰਿਹਾ। ਕਿਵੇਂ ਡਿਜੀਟਲ ਪ੍ਰਚਾਰ ਨੂੰ ਪਖਾਇਆ ਜਾਵੇ, ਕਿਵੇਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ, ਇਸੇ ਨੂੰ ਲੈ ਕੇ ਪਿੰਡ ਬਾਦਲ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਦੇ ਨਾਲ ਬੈਠਕ ਕੀਤੀ ਤੇ ਚੋਣ ਪ੍ਰਚਾਰ ਦੇ ਲਈ ਰਣਨੀਤੀ ਘੜੀ ਗਈ। ਇਲੈਕਸ਼ਨ ਕਮਿਸ਼ਨ ਨੇ ਕਹਿਤਾ ਕਿ ਇਕੱਠ ਨਹੀਂ ਹੋਊਗਾ ਕਿਉਂਕਿ ਕੋਵਿਡ ਦਾ ਖਤਰਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਹੈ। ਬਿਲਕੁਲ ਜੀ ਬਿਲਕੁਲ। ਅੱਜ ਵੀ ਸਾਹਿਬ ਦੀਆਂ ਰੈਲੀਆਂ ਰੱਖੀਆਂ ਹੋਈਆਂ ਸੀ ਜੀ, ਬਾਦਲ ਸਾਹਿਬ ਦੇ ਪ੍ਰੋਗਰਾਮ ਵੀ ਸੀਗੇ। ਲੰਬੀ ਹਲਕੇ ਦੇ ਵਿੱਚ ਅੱਜ 4-5 ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀਗੇ, ਤਾਂ ਉਹ ਪ੍ਰੋਗਰਾਮ ਹੈ ਜਿਹੜੇ ਉਹ ਅਸੀਂ ਅੱਜ ਸਾਰੇ ਰੱਦ ਕਰਤੇ ਆ। ਚੋਣ ਰੈਲੀਆਂ ਤੇ ਪਾਬੰਦੀ 15 ਜਨਵਰੀ ਤੱਕ ਹੀ ਰਹੇਗੀ ਕਿ ਇਸ ਦੇ ਬਾਅਦ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ, ਇਸ ਬਾਰੇ ਤਾਂ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ। ਪਰ ਫਿਲਹਾਲ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਿਕ ਕਮਰ ਕੱਸ ਚੁੱਕੀਆਂ ਨੇ ਤੇ ਆਮ ਜਨਤਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਖੈਰ ਤਰੀਕਾ ਬਦਲ ਰਿਹਾ, ਪਰ ਇਸ ਸਭ ਦੇ ਵਿਚਾਲੇ ਸਿਆਸਤ ਦੇ ਵਿੱਚ ਸਮੀਕਰਨ ਵੀ ਬਦਲ ਰਹੇ ਨੇ, ਖਾਸ ਤੌਰ ਤੇ ਕੁਝ ਸੀਟਾਂ ਦੇ ਉੱਤੇ ਵੀ। ਗੱਲ ਕਰੀਏ ਮੋਗਾ ਸੀਟ ਦੀ ਤਾਂ ਕਾਂਗਰਸ ਨੇ 2017 ਦੇ ਵਿੱਚ ਜਿੱਤੀ ਸੀ ਇਹ ਸੀਟ, ਪਰ ਇਸ ਵਾਰ ਸਮੀਕਰਨ ਕਾਂਗਰਸੀਆਂ ਦੇ ਲਈ ਹੀ ਬਦਲ ਸਕਦੇ ਨੇ ਔਰ ਉਸ ਦੀਆਂ ਕਿਆਸਰਾਈਆਂ ਤਕਰੀਬਨ ਸਹੀ ਬੈਠਦੀਆਂ ਵੀ ਨਜ਼ਰ ਆ ਰਹੀਆਂ ਨੇ। ਦਰਅਸਲ ਬਾਲੀਵੁੱਡ ਦੇ ਅਦਾਕਾਰ ਸੋਨੂ ਸੂਦ, ਉਹਨਾਂ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਇਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਤਕਰੀਬਨ ਇਹ ਕਿਹਾ ਜਾ ਰਿਹਾ ਕਿ ਬਸ ਰਸਮੀ ਐਲਾਨ ਹੀ ਬਾਕੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਗਾ ਪਹੁੰਚ ਰਹੇ ਨੇ। ਉਮੀਦ ਹੈ ਕਿ ਮਾਲਵਿਕਾ ਸੂਦ ਕਾਂਗਰਸ ਪਰਿਵਾਰ ਦਾ ਹਿੱਸਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਬਣਨਗੇ, ਪਰ ਇਸ ਤੋਂ ਪਹਿਲਾਂ ਹੀ ਕਿ ਮਾਲਵਿਕਾ ਸੂਦ ਦੀ ਐਂਟਰੀ ਹੋਵੇ ਕਾਂਗਰਸ ਦੇ ਵਿੱਚ, ਕਿਉਂਕਿ ਮਾਲਵਿਕਾ ਸੂਦ ਪਹਿਲਾਂ ਹੀ ਅਨਾਉਂਸ ਕਰ ਚੁੱਕੇ ਨੇ ਕਿ ਉਹ ਇਲੈਕਸ਼ਨ ਲੜਨਗੇ, ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਮੋਗਾ ਤੋਂ ਹੀ ਇਲੈਕਸ਼ਨ ਲੜਨਗੇ, ਸ਼ਾਇਦ ਇਸ ਸ਼ਰਤ ਦੇ ਉੱਤੇ ਹੀ ਆਉਣ। ਪਰ ਦੂਜੇ ਪਾਸੇ
ਕਾਂਗਰਸ ਦੇ ਜੋ ਮੌਜੂਦਾ ਵਿਧਾਇਕ ਨੇ ਹਰਜੋਤ ਕਮਲ, ਉਹਨਾਂ ਦੇ ਬਾਗੀ ਤੇਵਰ ਦਿਖਣੇ ਸ਼ੁਰੂ ਹੋ ਗਏ ਨੇ। ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਮੀਟਿੰਗ ਕੀਤੀ। ਟਿਕਟ ਕੱਟੇ ਜਾਣ ਦਾ ਡਰ ਤਾਂ ਲਾਜ਼ਮੀ ਤੌਰ ਤੇ ਹੋਏਗਾ ਤੇ ਉਸ ਤੋਂ ਪਹਿਲਾਂ ਹੀ ਤਿਆਰੀਆਂ ਖੂਬ ਨੇ। ਇੱਥੇ ਤਾਂ ਅੱਧੀ ਰਾਤ ਨੂੰ ਫੋਨ ਲਾਉਂਦੇ ਸਾਫੂ ਵਾਲਾ ਸਰਪੰਚ ਸਾਹਿਬ ਗਵਾਹ ਇਸ ਗੱਲ ਦੇ। ਅੱਧੀ ਰਾਤ ਨੂੰ ਮੈਨੂੰ ਫੋਨ ਲਾਤਾ, ਬਾਈ ਸੁੱਚ ਕੱਟਤੀ। ਕਿਹੜੇ ਪਿੰਡ ਵਾਲਿਆਂ ਨੇ ਬਾਈ ਕੱਟਤੀ? ਹਾਂਜੀ, ਮੋਠਾਂ ਵਾਲੀ ਵਾਲਿਆਂ ਨੇ ਸੁੱਚ ਕੱਟਤੀ ਤੇ ਬਾਈ ਇੱਧਰ ਵੀ ਕਿਰਪਾਨਾਂ ਤੇ ਇੱਧਰ ਵੀ ਹੋਣ ਲੱਗਿਆ ਤੇ ਹੁਣੇ ਪੁਲਿਸ ਭੇਜ। ਇੱਥੇ ਫਿਰ ਮਾਲਵਕਾ ਸੂਤ ਜਾਵੜਿਆ ਕਰੂਗੀ। ਜਿਹੜੇ ਬੰਦਿਆਂ ਨਾਲ ਬੰਦੇ ਵਰਤਦੇ ਹੁੰਦੇ ਬਾਈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਨਵੇਂ ਸਿਆਸਤਦਾਨ ਬਣੇ ਕਿਸਾਨ ਲੀਡਰਾਂ ਦੀ। ਆਮ ਆਦਮੀ ਪਾਰਟੀ ਦੇ ਨਾਲ ਸੰਯੁਕਤ ਸਮਾਜ ਮੋਰਚੇ ਦੀ ਗੱਲਬਾਤ ਬੰਦ ਹੋਣ ਤੋਂ ਬਾਅਦ ਹੁਣ ਗੁਰਨਾਮ ਚੜੂਨੀ ਨੇ ਸੰਯੁਕਤ ਮੋਰਚੇ ਦੇ ਨਾਲ ਮਿਲ ਕੇ ਚੋਣਾਂ ਲੜਨ ਦੀ ਇੱਛਾ ਜਤਾਈ ਹੈ। ਗੁਰਨਾਮ ਚੜੂਨੀ ਨੇ ਸੰਯੁਕਤ ਸਮਾਜ ਮੋਰਚੇ ਦੇ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਸੰਯੁਕਤ ਸਮਾਜ ਮੋਰਚੇ ਨੇ ਵੀ ਸੀਟ ਸ਼ੇਅਰਿੰਗ ਦੇ ਉੱਤੇ ਇੱਕ ਕਮੇਟੀ ਬਣਾ ਦਿੱਤੀ ਹੈ। ਆਪ ਦੇ ਨਾਲ ਗੱਲਬਾਤ ਬੰਦ, ਚੜੂਨੀ ਦੇ ਨਾਲ ਸ਼ੁਰੂ। ਦਿੱਲੀ ਤੋਂ ਬਾਅਦ ਪੰਜਾਬ 'ਚ ਵੀ ਹੋਣਗੇ ਇੱਕ ਮਕਸਦ, ਇੱਕ ਹੀ ਸੋਚ ਹੋਵੇਗੀ ਇੱਕ। हम दस देंगे नहीं होएगा तब की कह सकते हैं पहले दसो। अजय बच्चा जम्मेगा कुड़ी होएगी कि मुंडा होएगा जम्मण तो पहले की कही है आप। ਗੁਰਨਾਮ ਚੜੂਨੀ ਦਾ ਇਹ ਬਿਆਨ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਸਮਾਜ ਦੇ ਗੱਠਜੋੜ ਦੀ ਨੀਂਹ ਰੱਖੀ ਗਈ। ਇੱਕ ਪਾਸੇ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਨਾਲ ਗੱਲਬਾਤ ਨਾ ਹੋਈ ਤਾਂ ਚੜੂਨੀ ਵੀ ਆਪਣੀ ਪੀਸੀ ਰੱਦ ਕਰਕੇ ਸੰਯੁਕਤ ਸਮਾਜ ਮੋਰਚੇ ਨਾਲ ਗੱਲਬਾਤ ਕਰਨ ਪਹੁੰਚ ਗਏ ਤੇ ਕਿਹਾ ਕਿ ਗੱਲਬਾਤ ਸ਼ੁਰੂ ਹੋ ਗਈ ਹੈ। ओ यार चंगी तो सी पहले दिन तो कह रहे हैं, ये किन्हों नहीं पता भी चंगी गल है। ये इकट्ठे होना बुरी गल किसी ने कही है। कहना की जा रहे हो? मुस्कान कह दो जेड़ा कहना चाहते की कहना चाह रहे दसो मैनू। इकट्ठे हो रहे ने बस ये दस दो भरा जी। देखो एक कोशिश होती है जे अज उन्होंने भी कैंसल कर रहे हैं अपना, असी भी कैंसल कर रहे हैं। ठीक है, ਇਹਦਾ मतलब ਇਹ ਹੈ ਵੀ ਗੱਲ ਕਿਤੇ ਸ਼ੁਰੂ ਕਰਾਂਗੇ, ਜੇ ਸਿਰੇ ਚੜ ਗਈ ਤਾਂ ਠੀਕ ਹੈ, ਨਾ ਸਿਰੇ ਚੜ ਗਈ ਆਪਾਂ ਕੱਲੇ ਤੇ ਫਿਰ ਹੈ ਹੀ। ਆਪ ਦੇ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਰਾਜੇਵਾਲ ਨੇ ਕਿਹਾ ਚੜੂਨੀ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ। ਸੀਟ ਸ਼ੇਅਰਿੰਗ ਨੂੰ ਲੈ ਕੇ ਸਮਝੌਤੇ ਲਈ ਕਮੇਟੀ ਬਣਾ ਦਿੱਤੀ ਗਈ ਹੈ ਤੇ ਜਲਦੀ ਐਲਾਨ ਕੀਤਾ ਜਾਵੇਗਾ। ਉਹ ਅਸੀਂ ਕਮੇਟੀ ਬਣਾ ਦਿੱਤੀ ਜਿਹੜੀ ਬੈਠ ਕੇ ਆਪਸ ਵਿੱਚ ਰਲ ਕੇ ਚੱਲਣ ਵਾਸਤੇ ਕੀ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ, ਸਾਡੀ ਕੀ ਰਿਕੁਆਇਰਮੈਂਟ ਹੈ, ਉਹ ਡਿਸਕਸ ਕਰਕੇ ਫੈਸਲਾ ਕਰਨਾਂਗੇ। ਅਸੀਂ ਸਾਰੇ ਇਕੱਠੇ ਚੱਲਾਂਗੇ। ਚੋਣਾਂ ਨੂੰ ਮਹਿਜ਼ ਇੱਕ ਮਹੀਨੇ ਦਾ ਸਮਾਂ ਬਚਿਆ। ਉਮੀਦਵਾਰਾਂ ਦੇ ਜੋੜ ਤੋੜ ਨੂੰ ਲੈ ਕੇ ਸਾਰੀਆਂ ਪਾਰਟੀਆਂ ਹੀ ਲੱਗੀਆਂ ਹੋਈਆਂ ਨੇ। ਦਿੱਲੀ ਦੀਆਂ ਬਰੂਹਾਂ ਤੇ ਇਕੱਠੇ ਰਹੇ ਕਿਸਾਨ ਹੁਣ ਚੋਣਾਂ ਤੋਂ ਪਹਿਲਾਂ ਵੱਖ ਨਜ਼ਰ ਆ ਰਹੇ ਨੇ। ਗੁਰਨਾਮ ਚੜੂਨੀ ਨੇ ਪਹਿਲਾਂ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਦਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ ਤੇ ਪੰਜਾਬ ਦੀਆਂ 22 ਜਥੇਬੰਦੀਆਂ ਨੇ ਹੁਣ ਚੋਣਾਂ ਦਾ ਐਲਾਨ ਕੀਤਾ ਤੇ ਗੱਠਜੋੜ ਹੋਣ ਦੀ ਗੱਲ ਵੀ ਕਰ ਰਹੇ ਨੇ। ਸਵਾਲ ਇਹ ਹੈ ਕਿ ਅੰਦੋਲਨ ਦੌਰਾਨ ਏਕੇ ਦੀ ਮਿਸਾਲ ਬਣੇ ਕਿਸਾਨ ਚੋਣਾਂ ਦੇ ਵਿੱਚ ਆਪਣਾ ਕਿੰਨਾ ਪ੍ਰਭਾਵ ਪਾਉਂਦੇ ਨੇ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਮੌਸਮ ਦੀ। ਪੰਜਾਬ ਭਰ ਦੇ ਵਿੱਚ ਬਰਸਾਤ ਹੋ ਰਹੀ ਹੈ। ਜ਼ਬਰਦਸਤ ਬਰਸਾਤ ਪਿਛਲੇ ਕੁਝ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀ ਹੈ, ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਬਰਫ਼ਬਾਰੀ ਦੀਆਂ। ਜੀ ਹਾਂ, ਲਗਾਤਾਰ ਭਾਰੀ ਬਰਫ਼ਬਾਰੀ ਦੇ ਨਾਲ ਲਾਹੌਲ ਸਪੀਤੀ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ। ਹੁਣ ਤੱਕ ਜ਼ਿਲ੍ਹੇ ਦੇ ਵਿੱਚ 1.5 ਤੋਂ 4 ਫੁੱਟ ਤੱਕ 1.5 ਤੋਂ 4 ਫੁੱਟ ਤੱਕ ਬਰਫ਼ ਪੈ ਚੁੱਕੀ ਹੈ। ਬਰਫ਼ਬਾਰੀ ਹੋਣ ਦੇ ਨਾਲ ਲਾਹੌਲ ਸਪੀਤੀ ਅਤੇ ਸਿਰਮੌਰ ਦੇ ਕਈ ਇਲਾਕਿਆਂ ਦੇ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕਈ ਇਲਾਕਿਆਂ ਦੇ ਵਿੱਚ ਬਿਜਲੀ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਤਾਂ ਉੱਥੇ ਹੀ ਵਾਹਨਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ। ਤੇ ਜੇ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜੋ ਪਹਿਲਾਂ ਜ਼ਿਕਰ ਕੀਤਾ ਕਿ ਵੱਖ-ਵੱਖ ਥਾਵਾਂ ਦੇ ਉੱਤੇ ਬਰਸਾਤ ਹੋਈ ਹੈ ਤੇ ਠੰਡ ਤਾਂ ਆਲਰੇਡੀ ਪੰਜਾਬ ਦੇ ਵਿੱਚ ਵੀ ਜ਼ਬਰਦਸਤ ਹੈ, ਪਰ ਜਿਹੜੀ ਇਹ ਬਰਫ਼ਬਾਰੀ ਨਜ਼ਰ ਆ ਰਹੀ ਹੈ, ਜਦੋਂ ਪੰਜਾਬ 'ਚ ਬਰਸਾਤ ਦਾ ਸਿਲਸਿਲਾ ਰੁਕੇਗਾ, ਧੁੱਪ ਖਿੜੇਗੀ, ਹਵਾ ਚੱਲੇਗੀ, ਤਾਂ ਫਿਰ ਠੰਡ ਉਹ ਵੀ ਜ਼ਬਰਦਸਤ ਹੋਏਗੀ। ਤਿਆਰੀ ਆਪਾਂ ਨੂੰ ਉਸ ਦੇ ਲਈ ਵੀ ਰੱਖਣੀ ਹੋਏਗੀ। में पिछले 2 दिनों से लगातार अब बर्फबारी हो रही है, जिसके चलते यहाँ का तापमान काफ़ी नीचे चला गया है। 20 से 25 डिग्री सेंटीग्रेड तक नीचे चला गया, जिससे के चलते जो है
यहाँ जो स्थानीय लोग हैं अपने घरों के भीतर दुबकने को मजबूर हो गए हैं। इस बर्फबारी से लाहौल घाटी के करीब 1 दर्जन सड़क मार्ग बंद पड़ गए हैं। वहाँ पर किसी प्रकार की आवाजाही वाहनों की नहीं हो रही। वहीं अब बात करें मनाली केलंग मनाली सड़क मार्ग तो ये भी अब बर्फबारी के चलते बंद हो गई है। हालांकि BRO ने सिस्सू से नॉर्थ पोर्टल तक जो सड़क मार्ग है उसे 4x4 वाहनों के लिए खोला था, लेकिन जिस प्रकार से बर्फबारी लगातार हो रही है इसके चलते जो है ये जो सड़क मार्ग है ये भी फिलहाल बंद होने की संभावना है। जहाँ तक यहाँ के किसानों और बागवानों की बात की जाए तो यह काफ़ी खुश नज़र आ रहे हैं, क्योंकि आने वाला सीज़न है इन्हीं जो आजकल के बर्फबारी पर ही निर्भर रहता है। कुल मिला के जिस प्रकार से मौसम विज्ञान केंद्र ने भी कल भी मौसम ख़राब रहने की संभावना जताई जा रही है, और इसी के चलते ज़िला प्रशासन ने भी लोगों को घरों के भीतर ही रहने की सलाह दी है और अनावश्यक यात्रा से बचने की सलाह दी है। कुल मिला के जो है प्रशासन भी सभी परिस्थितियों पर नज़र बनाए हुआ है। न्यूज़ 18 हिमाचल के लिए लाहौल स्पीति से प्रेम लाल।